ਲੈ ਫੜ ਤੀਰ ਨਗਾਰਾ ਤੇ ਨੂਰਾਨੀ ਖੰਡਾ, ਜਾ ਲਾ ਦੇ ਗਲੋਂ ਪੰਜਾਬ ਦੇ ਜ਼ੁਲਮਾਂ ਦਾ ਫੰਦਾ। ਗੁਰਸੰਗਤ ਫਿਰ ਮਿਲਾਏਗੀ ਕੰਧੇ ਨਾਲ ਕੰਧਾ, ਮੈਂ ਸਭ ਕੁਝ ਤੈਨੂੰ ਬਖਸ਼ਿਆ ਤੂੰ ਮੇਰਾ ਬੰਦਾ। ਉਮੀਦ ਹੈ ਕਿ ਤੁਸੀਂ ਸਭ ਬਹੁਤ ਵਧੀਆ ਹੋਵੋਗੇ। ਮੇਰਾ ਨਾਮ ਹੈ ਸਰਬਜੀਤ ਕੌਰ ਤੇ ਰਾਵੀ ਐਜੂਕੇਸ਼ਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਸ਼ਖਸੀਅਤ ਦੀ ਜ਼ਿੰਦਗੀ ਦੀ ਕਹਾਣੀ ਜੋ ਤੁਹਾਡੇ ਰੌਂਗਟੇ ਖੜੇ ਕਰ ਦੇਵੇਗੀ ਤੇ ਤੁਹਾਨੂੰ ਇੱਕ ਅਨੋਖੇ ਜੋਸ਼ ਦੇ ਨਾਲ ਭਰ ਦੇਵੇਗੀ। ਕਿਉਂਕਿ ਅੱਜ ਅਸੀਂ ਪੜ੍ਹਾਂਗੇ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਵਿੱਚ। ਉਹ ਜਿਨ੍ਹਾਂ ਨੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ, ਉਹ ਜਿਨ੍ਹਾਂ ਨੇ ਮੁਗਲਾਂ ਦੇ ਛੱਕੇ ਛੁਡਾ ਦਿੱਤੇ, ਚਾਹੇ ਉਹ ਸਰਹੰਦ ਦੀ ਲੜਾਈ ਹੋਵੇ ਜਾਂ ਚੱਪੜ ਚਿੜੀ ਜਿਸ ਨੂੰ ਅਸੀਂ ਕਹਿੰਦੇ ਹਾਂ, ਉਹ ਜਿਸ ਤੋਂ ਮੁਗਲ ਵੀ ਥਰ ਥਰ ਕੰਬਣ ਲੱਗ ਪਏ ਸਨ। ਉਹ ਜਿਨ੍ਹਾਂ ਦੀ ਸ਼ਹੀਦੀ ਬਹੁਤ ਜ਼ਿਆਦਾ ਦੁਖਦਾਈ ਸੀ, ਪਰ ਫਿਰ ਵੀ ਉਹਨਾਂ ਦੇ ਮੂੰਹ ਦੇ ਵਿੱਚੋਂ ਆ ਤੱਕ ਨਹੀਂ ਨਿਕਲੀ। ਉਹਨਾਂ ਨੇ ਪਹਿਲਾ ਸਿੱਖ ਰੂਲ 2.5 ਸਾਲ ਦੇ ਲਈ ਸਥਾਪਿਤ ਕਰ ਦਿੱਤਾ ਸੀ। ਸਤਲੁਜ ਤੋਂ ਲੈ ਕੇ ਜਮਨਾ ਤੱਕ ਜਿੰਨੇ ਵੀ ਲੋਕਾਂ 'ਤੇ ਜ਼ੁਲਮ ਢਾਇਆ ਜਾਂਦਾ ਸੀ, ਸਭ ਨੂੰ ਜ਼ੁਲਮਾਂ ਤੋਂ ਮੁਕਤ ਕਰਵਾਇਆ। ਜ਼ਿਮੀਂਦਾਰੀ ਪ੍ਰਥਾ ਦਾ ਖਾਤਮਾ ਕੀਤਾ ਸੀ ਉਹਨਾਂ ਨੇ। ਤਾਂ ਹੁਣ ਅਸੀਂ ਗੱਲ ਕਰਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਉਰਫ ਲਛਮਣ ਦੇਵ ਉਰਫ ਮਾਧੋ ਦਾਸ ਦੀ। ਅੱਜ ਦੇ ਇਸ ਟੌਪਿਕ ਦੇ ਵਿੱਚ ਅਸੀਂ ਕਵਰ ਕਰਾਂਗੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਬਾਰੇ, ਉਹਨਾਂ ਦੇ ਵਿਰਾਗ ਧਾਰਨ ਦੀ ਘਟਨਾ ਬਾਰੇ, ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਬਾਰੇ, ਪੰਜਾਬ ਵੱਲ ਕੂਚ, ਲੜਾਈਆਂ, ਰਾਜ ਪ੍ਰਬੰਧ, ਉਹਨਾਂ ਦੀ ਸ਼ਹੀਦੀ ਤੇ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਸੰਬੰਧੀ ਨਕਸ਼ਾ ਟ੍ਰਿਕ ਦੇ ਨਾਲ ਸਮਝਾਇਆ ਜਾਵੇਗਾ, ਜਿਸ ਨੂੰ ਤੁਸੀਂ ਕਦੇ ਵੀ ਨਹੀਂ ਭੁੱਲ ਸਕੋਗੇ। ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ 1670 ਈਸਵੀ ਵਿੱਚ ਰਜੌਰੀ ਜੰਮੂ ਕਸ਼ਮੀਰ ਦੇ ਵਿੱਚ ਹੋਇਆ। ਉਹ ਰਾਜਪੂਤ ਸਨ ਅਤੇ ਬਚਪਨ ਤੋਂ ਹੀ ਬੜੇ ਜੋਸ਼ੀਲੇ ਸਨ। ਉਹਨਾਂ ਦੇ ਪਿਤਾ ਦਾ ਨਾਮ ਰਾਮਦੇਵ ਜੀ ਸੀ, ਜੋ ਕਿ ਇੱਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਸਨ। 15 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਘਰ ਛੱਡ ਦਿੱਤਾ ਸੀ। ਘਰ ਛੱਡਣ ਦਾ ਇੱਕ ਕਾਰਨ ਜਿਸ ਨੇ ਉਹਨਾਂ ਨੂੰ ਵੈਰਾਗੀ ਬਣਾ ਦਿੱਤਾ ਸੀ, ਉਹ ਸੀ ਇੱਕ ਪ੍ਰੈਗਨੈਂਟ ਹਿਰਨੀ ਨੂੰ ਮਾਰਨਾ। ਸ਼ਿਕਾਰ ਕਰਦੇ ਸਮੇਂ ਉਹਨਾਂ ਨੇ ਇੱਕ ਪ੍ਰੈਗਨੈਂਟ ਹਿਰਨੀ ਦੇ ਪੇਟ ਦੇ ਵਿੱਚ ਤੀਰ ਮਾਰਿਆ ਤੇ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਹੀ ਹਿਰਨੀ ਦੇ ਪੇਟ ਵਿੱਚੋਂ ਜੋ ਬੱਚੇ ਨਿਕਲੇ, ਉਹ ਉਸ ਦੇ ਸਾਹਮਣੇ ਹੀ ਤੜਫ ਕੇ ਮਰ ਗਏ। ਇਹਨਾਂ ਨੂੰ ਦੇਖ ਕੇ ਉਸ ਦਾ ਮਨ ਵਿਆਕੁਲ ਹੋ ਉੱਠਿਆ। ਉਹਨਾਂ ਨੇ ਆਪਣਾ ਘਰ ਛੱਡ ਦਿੱਤਾ ਤੇ ਵੈਰਾਗੀ ਹੋ ਗਏ, ਤੰਤਰ ਮੰਤਰ ਵਿੱਦਿਆ ਸਿੱਖਣ ਲੱਗ ਪਏ। ਜਦੋਂ ਤੱਕ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਮਿਲੇ, ਉਦੋਂ ਤੱਕ ਇਹ ਸਭ ਚੱਲਦਾ ਰਿਹਾ। ਇਹਨਾਂ ਦਾ ਡੇਰਾ ਸੀਗਾ ਜਿਹੜਾ, ਉਹ ਸੈਂਟਰਲ ਇੰਡੀਆ ਦੇ ਵਿੱਚ ਸੀ। ਗੋਦਾਵਰੀ ਨਦੀ ਦੇ ਕੋਲ ਮਹਾਰਾਸ਼ਟਰ ਵਿੱਚ ਨੰਦੇੜ ਵਿਖੇ ਇਹ ਚਲੇ ਗਏ। ਗੁਰੂ ਗੋਬਿੰਦ ਸਿੰਘ ਜੀ ਜਦ ਇਸ ਏਰੀਏ ਦੇ ਵਿੱਚ ਘੁੰਮਦੇ ਹੋਏ ਆਏ ਤਾਂ ਨੰਦੇੜ ਵਿਖੇ ਪਹੁੰਚੇ ਤੇ ਉੱਥੇ ਉਹਨਾਂ ਦੀ ਮੁਲਾਕਾਤ ਸੀ ਮਾਧੋ ਦਾਸ ਦੇ ਨਾਲ ਹੋਈ। ਗੁਰੂ ਜੀ ਨੂੰ ਮਿਲ ਕੇ ਉਹ ਧੰਨ ਧੰਨ ਹੋ ਗਿਆ। ਗੁਰੂ ਜੀ ਨੇ ਕਿਹਾ ਕਿ ਤੇਰੇ ਕੋਲ ਜੋ ਬਹਾਦਰੀ ਹੈ ਉਹ ਵੇਸਟ ਨਹੀਂ ਹੋਣੀ ਚਾਹੀਦੀ। ਗੁਰੂ ਜੀ ਨੇ ਉਸ ਨੂੰ ਸਮਝਾਇਆ ਕਿ ਤੁਹਾਨੂੰ ਸ਼ਹੀਦ ਹੋਣ ਦਾ ਕੋਈ ਫਾਇਦਾ ਨਹੀਂ, ਜਦੋਂ ਤੱਕ ਤੁਹਾਡੀ ਸ਼ਹੀਦੀ ਜਿਹੜੀ ਉਹ ਦੂਜਿਆਂ ਦੇ ਲਈ ਪ੍ਰੇਰਨਾ ਸਰੋਤ ਨਹੀਂ ਬਣ ਸਕਦੀ। ਬੰਦਾ ਸਿੰਘ ਬਹਾਦਰ ਨੂੰ ਗੁਰੂ ਜੀ ਨੇ ਅੰਮ੍ਰਿਤ ਛਕਾ ਦਿੱਤਾ। ਅੰਮ੍ਰਿਤ ਛਕਾ ਕੇ ਉਸ ਦਾ ਨਾਮ ਗੁਰਬਖਸ਼ ਸਿੰਘ ਰੱਖ ਦਿੱਤਾ ਤੇ ਗੁਰੂ ਜੀ ਨੇ ਕਿਹਾ ਕਿ ਤੁਸੀਂ ਹੁਣ ਖਾਲਸਾ ਹੋ ਤੇ ਆਪਾਂ ਆਤਮ ਰੱਖਿਆ ਦੇ ਲਈ ਲੜਦੇ ਹਾਂ ਜਾਂ ਹੈਲਪਲੈਸ ਲੋਕਾਂ ਦੇ ਲਈ ਲੜਦੇ ਹਾਂ। ਜਦੋਂ ਬੰਦਾ ਸਿੰਘ ਬਹਾਦਰ ਨੇ ਗੁਰੂ ਜੀ ਤੋਂ ਪੰਜਾਬ ਵਿੱਚ ਸਿੱਖਾਂ ਦੇ ਉੱਤੇ ਕੀਤੇ ਗਏ ਮੁਗਲ ਸਰਕਾਰ ਦੇ ਜ਼ੁਲਮਾਂ ਬਾਰੇ ਸੁਣਿਆ ਤਾਂ ਉਸ ਦਾ ਖੂਨ ਖੌਲਣ ਲੱਗ ਪਿਆ। ਤਾਂ ਉਸਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਪੰਜਾਬ ਜਾਣ ਦੀ ਆਗਿਆ ਮੰਗੀ ਤਾਂ ਕਿ ਉਹ ਮੁਗਲ ਕਰਮਚਾਰੀਆਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਦੇ ਸਕੇ। ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀ ਪ੍ਰਾਰਥਨਾ ਸਵੀਕਾਰ ਕਰ ਲਈ ਤੇ ਉਹਨਾਂ ਨੇ ਬੰਦਾ ਸਿੰਘ ਬਹਾਦਰ ਨੂੰ ਆਪਣੇ ਭੱਥੇ ਦੇ ਵਿੱਚੋਂ 5 ਤੀਰ, 1 ਖੰਡਾ ਤੇ 1 ਨਗਾਰਾ ਆਪਣੀ ਸ਼ਕਤੀ ਦੇ ਚਿੰਨ੍ਹ ਵਜੋਂ ਦਿੱਤਾ। ਉਹਨਾਂ ਨੇ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਦੇ ਲਈ 5 ਸਿੱਖ, ਭਾਈ ਵਿਨੋਦ ਸਿੰਘ, ਭਾਈ ਕਾਹਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ ਤੇ ਭਾਈ ਰਣ ਸਿੰਘ ਨੂੰ ਵੀ ਉਹਨਾਂ ਦੇ ਨਾਲ ਪੰਜਾਬ ਜਾਣ ਦਾ ਹੁਕਮ ਦਿੱਤਾ। ਵਿਦਾਈ ਦੇ ਮੌਕੇ 'ਤੇ ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਸਿੱਖਾਂ ਦੇ ਨਾਂ ਹੁਕਮਨਾਮੇ ਵੀ ਦਿੱਤੇ। ਚਿੱਠੀ ਦਿੱਤੀ ਇੱਕ ਆਪਣੇ ਵੱਲੋਂ ਸਿੱਖਾਂ ਦੇ ਨਾਮ ਬੰਦਾ ਸਿੰਘ ਬਹਾਦਰ ਦੇ ਹੱਥ ਫੜਾਈ। ਉਹਨਾਂ ਹੁਕਮਨਾਮਿਆਂ ਵਿੱਚ ਗੁਰੂ ਜੀ ਨੇ ਸਿੱਖਾਂ ਨੂੰ ਲਿਖਿਆ ਕਿ ਅੱਗੇ ਤੋਂ ਬੰਦਾ ਸਿੰਘ ਬਹਾਦਰ ਉਹਨਾਂ ਦਾ ਰਾਜਨੀਤਿਕ ਗੁਰੂ ਹੋਵੇਗਾ ਤੇ ਮੁਗਲਾਂ ਵਿਰੁੱਧ ਧਰਮ ਯੁੱਧਾਂ ਦੇ ਵਿੱਚ ਸਿੱਖ ਨੇ ਜਿਹੜੇ ਉਹ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ। ਦਿੱਲੀ ਪਹੁੰਚਦਿਆਂ ਹੀ ਬੰਦਾ ਸਿੰਘ ਬਹਾਦਰ ਨੇ ਮਾਲਵਾ, ਦੁਆਬਾ ਤੇ ਮਾਝੇ ਦੇ ਸਿੱਖਾਂ ਦੇ ਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਭੇਜੇ। ਛੇਤੀ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਸਿੱਖ ਸੀਗੇ ਉਹ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ
ਦਿੱਲੀ ਵਿਖੇ ਇਕੱਠੇ ਹੋ ਗਏ। ਸੈਨਾ ਦਾ ਨਿਰਮਾਣ ਕਰਨ ਮਗਰੋਂ ਬੰਦਾ ਸਿੰਘ ਬਹਾਦਰ ਅਤੇ ਉਸ ਦੇ ਅਨੁਯਾਈਆਂ ਨੇ ਬੜੇ ਜੋਸ਼ ਨਾਲ ਅਤਿਆਚਾਰੀ ਮੁਗਲਾਂ ਵਿਰੁੱਧ ਸੈਨਿਕ ਕਾਰਵਾਈ ਕਰਨ ਲਈ ਪੰਜਾਬ ਵੱਲ ਨੂੰ ਕੂਚ ਕਰ ਦਿੱਤਾ। ਦਿੱਲੀ ਤੋਂ ਪੰਜਾਬ ਵੱਲ ਕੂਚ ਕਰਦੇ ਸਮੇਂ ਬੰਦਾ ਸਿੰਘ ਬਹਾਦਰ ਨੇ ਸੋਨੀਪਤ ਦੇ ਉੱਤੇ ਹਮਲਾ ਕੀਤਾ। ਸੋਨੀਪਤ ਹਰਿਆਣੇ ਦੇ ਵਿੱਚ ਇੱਕ ਸ਼ਹਿਰ ਹੈ। ਅੱਜ ਕੱਲ੍ਹ ਸੋਨੀਪਤ ਦੇ ਵਿੱਚ ਬੰਦਾ ਸਿੰਘ ਬਹਾਦਰ ਦਾ ਸਟੈਚੂ ਲੱਗਾ ਹੋਇਆ। ਉਸ ਵੇਲੇ ਭਾਵੇਂ ਉਸ ਨਾਲ ਕੇਵਲ 500 ਸਿੱਖ ਸਨ, ਪਰ ਉੱਥੋਂ ਦਾ ਫੌਜਦਾਰ ਸੀ ਜਿਹੜਾ ਸਿੱਖਾਂ ਦੀ ਬਹਾਦਰੀ ਸੁਣ ਕੇ ਹੀ ਉਹਨਾਂ ਦਾ ਮੁਕਾਬਲਾ ਕਰਨ ਦੀ ਹਿੰਮਤ ਨਾ ਕਰ ਸਕਿਆ ਅਤੇ ਬੰਦਾ ਸਿੰਘ ਬਹਾਦਰ ਤੋਂ ਮਾफ़ੀ ਮੰਗ ਕੇ ਜਿਹੜਾ ਫੌਜਦਾਰ ਸੀ ਅਤੇ ਉੱਥੋਂ ਦੀ ਸੈਨਾ ਸੀ ਉਹ ਸ਼ਹਿਰ ਛੱਡ ਕੇ ਭੱਜ ਗਈ ਅਤੇ ਬੰਦਾ ਸਿੰਘ ਬਹਾਦਰ ਨੇ ਆਸਾਨੀ ਦੇ ਨਾਲ ਸੋਨੀਪਤ 'ਤੇ ਜਿੱਤ ਪ੍ਰਾਪਤ ਕਰ ਲਈ। ਸੋਨੀਪਤ ਤੋਂ ਜਦ ਬੰਦਾ ਸਿੰਘ ਬਹਾਦਰ ਕੈਥਲ ਦੇ ਨੇੜੇ ਪੁੱਜਾ ਤਾਂ ਉਸ ਨੂੰ ਪਤਾ ਲੱਗਾ ਕਿ ਕੁਝ ਮੁਗਲ ਸੈਨਿਕ ਜ਼ਮੀਨ ਦੇ ਅਗਰਾਹੇ ਹੋਏ ਮਾਮਲੇ ਦੇ ਧਨ ਨਾਲ ਪੂਣਾ ਪਿੰਡ ਠਹਿਰੇ ਹੋਏ ਹਨ। ਮੁਗਲ ਸੈਨਿਕ ਕੀ ਕਰਦੇ ਸੀਗੇ, ਉਦੋਂ ਕਿਸਾਨਾਂ ਦੇ ਕੋਲੋਂ ਜ਼ਮੀਨ ਦਾ ਮਾਲੀਆ ਲੈਂਦੇ ਸਨ ਅਤੇ ਉਹ ਮਾਲੀਆ ਉਗਰਾ ਕੇ ਇਕੱਠਾ ਕਰਕੇ ਅੱਗੇ ਮੁਗਲ ਬਾਦਸ਼ਾਹ ਨੂੰ ਸੌਂਪਦੇ ਸਨ। ਤਾਂ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੁਗਲ ਸੈਨਿਕਾਂ ਨੇ ਮਾਲੀਆ ਇਕੱਠਾ ਕੀਤਾ ਹੋਇਆ ਹੈ ਅਤੇ ਉਹ ਪੂਣਾ ਪਿੰਡ ਦੇ ਵਿੱਚ ਠਹਿਰੇ ਹੋਏ ਹਨ ਅਤੇ ਸੈਨਿਕ ਲੋੜਾਂ ਵਾਸਤੇ ਬੰਦਾ ਸਿੰਘ ਬਹਾਦਰ ਨੂੰ ਵੀ ਧਨ ਦੀ ਲੋੜ ਸੀ, ਇਸ ਕਰਕੇ ਉਹਨਾਂ ਨੇ ਕੀ ਕੀਤਾ, ਆਪਣੀ ਫੌਜ ਦੇ ਸਮੇਤ ਪੂਣਾ ਦੇ ਉੱਪਰ ਹੱਲਾ ਬੋਲ ਦਿੱਤਾ। ਕੈਥਲ ਦੇ ਫੌਜਦਾਰ ਨੇ ਬੰਦਾ ਸਿੰਘ ਬਹਾਦਰ ਦਾ ਟਾਕਰਾ ਕਰਨ ਦਾ ਯਤਨ ਕੀਤਾ, ਪਰ ਉਹਨੇ ਹਾਰ ਖਾਧੀ। ਬੰਦਾ ਸਿੰਘ ਬਹਾਦਰ ਨੇ ਮੁਗਲਾਂ ਤੋਂ ਸਾਰਾ ਧਨ ਖੋਹ ਲਿਆ। ਪੂਣਾ ਤੋਂ ਬਾਅਦ ਬੰਦਾ ਸਿੰਘ ਬਹਾਦਰ ਸਮਾਣੇ ਵੱਲ ਨੂੰ ਵਧਿਆ। ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਸੈਯਦ ਜਲਾਲੂਦੀਨ ਉਹ ਸਮਾਣੇ ਦਾ ਰਹਿਣ ਵਾਲਾ ਸੀ। ਸਰਹਿੰਦ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਸ਼ਹੀਦ ਕਰਨ ਵਾਲੇ ਜਲਾਦ ਸ਼ਾਸਲ ਬੇਗ ਅਤੇ ਬਾਸ਼ਲ ਬੇਗ ਵੀ ਸਮਾਣੇ ਦੇ ਰਹਿਣ ਵਾਲੇ ਸਨ। ਕਮੈਂਟ ਬਾਕਸ ਦੇ ਵਿੱਚ ਤੁਸੀਂ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਲਿਖਣੇ ਆ। ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਨੂੰ ਸਰਹੰਦ ਦੀਆਂ ਨੀਹਾਂ ਦੇ ਵਿੱਚ ਚਿਣਵਾਇਆ ਗਿਆ ਸੀ, ਉਹਨਾਂ ਦੇ ਨਾਮ ਲਿਖਣੇ ਆ ਕਮੈਂਟ ਬਾਕਸ ਦੇ ਵਿੱਚ। 26 ਨਵੰਬਰ 1709 ਈਸਵੀ ਨੂੰ ਸਵੇਰੇ ਹੀ ਬੰਦਾ ਸਿੰਘ ਬਹਾਦਰ ਨੇ ਸਮਾਣਾ ਦੇ ਉੱਤੇ ਹਮਲਾ ਕਰ ਦਿੱਤਾ। ਕਈ ਘੰਟਿਆਂ ਤੱਕ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਲੜਾਈ ਹੁੰਦੀ ਰਹੀ। ਲਗਭਗ 10,000 ਮੁਸਲਮਾਨ ਸੀ ਜੋ ਉਹ ਮਾਰੇ ਗਏ। ਸੈਯਦ ਜਲਾਲੂਦੀਨ, ਸ਼ਾਸਲ ਬੇਗ ਅਤੇ ਬਾਸ਼ਲ ਬੇਗ ਦੇ ਪਰਿਵਾਰਾਂ ਦਾ ਸਫਾਇਆ ਕਰ ਦਿੱਤਾ ਗਿਆ। ਬੰਦਾ ਸਿੰਘ ਬਹਾਦਰ ਨੂੰ ਜਿੱਤ ਹਾਸਲ ਹੋਈ। ਉਸ ਨੂੰ ਉੱਥੋਂ ਬਹੁਤ ਸਾਰਾ ਧਨ ਵੀ ਪ੍ਰਾਪਤ ਹੋਇਆ। ਬੰਦਾ ਸਿੰਘ ਬਹਾਦਰ ਨੇ ਸਮਾਣੇ ਦਾ ਹਾਕਮ ਫਤਿਹ ਸਿੰਘ ਨੂੰ ਥਾਪ ਕੇ ਆਪ ਅੱਗੇ ਨੂੰ ਚਾਲੇ ਪਾ ਲਏ। ਸਮਾਣਾ ਵਿੱਚ ਉਹ ਇੱਕ ਹਫ਼ਤਾ ਠਹਿਰਨ ਦੇ ਪਿੱਛੋਂ ਘੜਾਮ ਵੱਲ ਨੂੰ ਚਲੇ ਗਏ। ਘੜਾਮ ਦੇ ਉੱਪਰ ਹੱਲਾ ਬੋਲ ਦਿੱਤਾ। ਉੱਥੋਂ ਦੇ ਪਠਾਣਾਂ ਨੇ ਸਿੱਖਾਂ ਦਾ ਵਿਰੋਧ ਕੀਤਾ, ਪਰ ਉਹਨਾਂ ਨੇ ਭੱਜ ਕੇ ਜਾਨ ਬਚਾਈ। ਘੜਾਮ ਵਿੱਚੋਂ ਵੀ ਬੰਦਾ ਸਿੰਘ ਬਹਾਦਰ ਨੂੰ ਬਹੁਤ ਸਾਰਾ ਧਨ ਪ੍ਰਾਪਤ ਹੋਇਆ। ਘੜਾਮ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਕਪੂਰੀ ਦੇ ਉੱਪਰ ਹਮਲਾ ਕੀਤਾ। ਉੱਥੋਂ ਦਾ ਹਾਕਮ ਸੀਗਾ ਕਤਮੁਦੀਨ, ਬਹੁਤ ਹੀ ਜ਼ਿਆਦਾ ਵਿਭਚਾਰੀ ਸੀ। ਉਹ ਹਿੰਦੂਆਂ ਦੇ ਉੱਪਰ ਜ਼ੁਲਮ ਕਰਦਾ ਸੀ। ਬੰਦਾ ਸਿੰਘ ਬਹਾਦਰ ਨੇ ਉਸ ਨੂੰ ਹਰਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਦੀ ਹਵੇਲੀ ਨੂੰ ਵੀ ਜਲਾ ਦਿੱਤਾ। ਸਢੌਰੇ ਦਾ ਹਾਕਮ ਸੀ ਇੱਕ ਉਸਮਾਨ ਖਾਂ, ਹਿੰਦੂ ਲੋਕਾਂ ਦੇ ਉੱਪਰ ਬਹੁਤ ਜ਼ਿਆਦਾ ਅਤਿਆਚਾਰ ਕਰਦਾ ਸੀ। ਉਸ ਨੇ ਪੀਰ ਬੁੱਧੂ ਸ਼ਾਹ ਨੂੰ ਇਸ ਲਈ ਕਤਲ ਕਰਵਾ ਦਿੱਤਾ ਸੀ ਕਿ ਉਸਨੇ ਭੰਗਾਣੀ ਦੇ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਕੀਤੀ ਸੀ। ਇਸ ਲਈ ਬੰਦਾ ਸਿੰਘ ਬਹਾਦਰ ਨੇ ਸਢੌਰੇ ਉੱਤੇ ਹਮਲਾ ਕੀਤਾ। ਸਿੱਖਾਂ ਨੇ ਛੇਤੀ ਹੀ ਉਸਮਾਨ ਖਾਂ ਨੂੰ ਭਾਂਜ ਦੇ ਦਿੱਤੀ। ਉਹਨਾਂ ਨੇ ਸ਼ਹਿਰ ਨੂੰ ਖੂਬ ਲੁੱਟਿਆ। ਬਹੁਤ ਸਾਰੇ ਹਿੰਦੂ ਅਤੇ ਸਿੱਖ ਕਿਸਾਨ ਜਿਹੜੇ ਉਸਮਾਨ ਖਾਂ ਦੇ ਸਤਾਏ ਹੋਏ ਸੀ, ਉਹ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਭਰਤੀ ਹੋ ਗਏ। ਜਿਨ੍ਹਾਂ ਮੁਸਲਮਾਨਾਂ ਨੇ ਭੱਜ ਕੇ ਪੀਰ ਬੁੱਧੂ ਸ਼ਾਹ ਦੀ ਹਵੇਲੀ ਦੇ ਵਿੱਚ ਸ਼ਰਨ ਲਈ ਸੀ, ਉਹਨਾਂ ਨੂੰ ਵੀ ਸਿੱਖਾਂ ਨੇ ਨਾ ਬਖਸ਼ਿਆ। ਅੱਜ ਕੱਲ੍ਹ ਉਸ ਹਵੇਲੀ ਦਾ ਨਾਮ ਕਤਲਗੜ੍ਹੀ ਹੈ। ਸਢੌਰਾ ਤੋਂ ਚੱਲ ਕੇ ਬੰਦਾ ਸਿੰਘ ਬਹਾਦਰ ਨੇ ਮੁਖਲਿਸਪੁਰ ਦੇ ਉੱਪਰ ਹੱਲਾ ਕੀਤਾ। ਉਸ ਨੂੰ ਜਿੱਤ ਕੇ ਸਹਿਜੇ ਹੀ ਉਸ ਉੱਤੇ ਆਪਣਾ ਕਬਜ਼ਾ ਕਰ ਲਿਆ। ਉੱਥੋਂ ਦੇ ਕਿਲ੍ਹੇ ਦਾ ਨਾਮ ਬਦਲ ਕੇ ਲੋਹਗੜ੍ਹ ਰੱਖ ਦਿੱਤਾ। ਬਾਅਦ ਵਿੱਚ ਇਹ ਨਗਰ ਹੀ ਬੰਦਾ ਸਿੰਘ ਬਹਾਦਰ ਦੀ ਰਾਜਧਾਨੀ ਬਣਿਆ। ਹੁਣ ਤੱਕ ਦੀਆਂ ਲੜਾਈਆਂ ਦੇ ਵਿੱਚ ਸਭ ਤੋਂ ਹੈ ਸੋਨੀਪਤ 'ਤੇ ਹਮਲਾ ਕੀਤਾ, ਫਿਰ ਕੈਥਲ ਦਾ ਸ਼ਾਹੀ ਖਜ਼ਾਨਾ ਲੁੱਟਿਆ, ਸਮਾਣੇ ਦੀ ਜਿੱਤ, ਘੜਾਮ ਦੀ ਜਿੱਤ, ਸਢੌਰਾ ਦੀ ਜਿੱਤ ਅਤੇ ਮੁਖਲਿਸਪੁਰ ਦੀ ਜਿੱਤ। ਉਸ ਤੋਂ ਅੱਗੇ ਹੈ ਬੰਦਾ ਸਿੰਘ ਬਹਾਦਰ ਦਾ ਅਸਲੀ ਨਿਸ਼ਾਨਾ। ਬੰਦਾ ਸਿੰਘ ਬਹਾਦਰ ਦਾ ਅਸਲੀ ਨਿਸ਼ਾਨਾ ਸੀ ਚੱਪੜਚਿੜੀ ਦੀ ਲੜਾਈ ਅਤੇ ਸਰਹੰਦ ਦੀ ਜਿੱਤ। ਇੱਥੋਂ ਦੇ ਸੂਬੇਦਾਰ ਵਜ਼ੀਰ ਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਸੀ। ਉਸਨੇ ਅਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੇ ਯੁੱਧਾਂ ਵਿੱਚ ਗੁਰੂ ਜੀ ਦੇ ਖਿਲਾਫ ਫੌਜ ਭੇਜੀ ਸੀ। ਇੱਥੇ ਹੀ ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਦੇ ਵਿੱਚ ਚਿਣਿਆ ਗਿਆ ਸੀ, ਸਰਹੰਦ ਦੇ ਵਿੱਚ।
ਬੰਦਾ ਸਿੰਘ ਬਹਾਦਰ ਅਤੇ ਸਿੱਖਾਂ ਨੂੰ ਵਜ਼ੀਰ ਖਾਂ 'ਤੇ ਬਹੁਤ ਜ਼ਿਆਦਾ ਗੁੱਸਾ ਸੀ। ਜਿਉਂ ਹੀ ਪੰਜਾਬ ਵਿੱਚ ਬੰਦਾ ਸਿੰਘ ਬਹਾਦਰ ਦੇ ਸਰਹੰਦ ਵੱਲ ਵਧਣ ਦੀਆਂ ਖਬਰਾਂ ਪਹੁੰਚੀਆਂ ਤਾਂ ਹਜ਼ਾਰਾਂ ਲੋਕ ਬੰਦਾ ਸਿੰਘ ਬਹਾਦਰ ਦੇ ਝੰਡੇ ਹੇਠ ਆ ਕੇ ਇਕੱਠੇ ਹੋ ਗਏ। ਸਰਹੰਦ ਦੇ ਕਰਮਚਾਰੀ ਸੁੱਚਾ ਨੰਦ ਦਾ ਭਤੀਜਾ ਵੀ 1000 ਸੈਨਿਕਾਂ ਨਾਲ ਬੰਦਾ ਸਿੰਘ ਬਹਾਦਰ ਦੀ ਸੈਨਾ ਦੇ ਵਿੱਚ ਜਾ ਰਲਿਆ। ਦੂਜੇ ਪਾਸੇ ਜੋ ਵਜ਼ੀਰ ਖਾਂ ਸੀ, ਸਰਹੰਦ ਦਾ ਨਵਾਬ, ਉਹਦੀ ਫੌਜ ਦੀ ਗਿਣਤੀ ਲਗਭਗ 20,000 ਸੀ। ਉਸ ਦੀ ਸੈਨਾ ਵਿੱਚ ਘੋੜ ਸਵਾਰਾਂ ਤੋਂ ਬਿਨਾਂ ਬੰਦੂਕਚੀ, ਤੋਪਚੀ ਅਤੇ ਹਾਥੀ ਸਵਾਰ ਵੀ ਸਨ। ਸਰਹੰਦ ਤੋਂ ਲਗਭਗ 16 ਕਿਲੋਮੀਟਰ ਪੂਰਬ ਵੱਲ ਚੱਪੜਚਿੜੀ ਦੇ ਸਥਾਨ 'ਤੇ 22 ਮਈ 1710 ਈਸਵੀ ਨੂੰ ਦੋਹਾਂ ਫੌਜਾਂ ਦੇ ਵਿਚਕਾਰ ਟਾਕਰਾ ਹੋਇਆ। ਛੇਤੀ ਹੀ ਘਮਸਾਨ ਦਾ ਯੁੱਧ ਸ਼ੁਰੂ ਹੋ ਗਿਆ। ਲੁੱਟ ਮਾਰ ਲਈ ਸਿੱਖਾਂ ਦੀ ਫੌਜ ਵਿੱਚ ਜੋ ਲੋਕ ਭਰਤੀ ਹੋਏ ਸਨ, ਉਹਨਾਂ ਨੇ ਲੜਾਈ ਦੇ ਮੈਦਾਨ ਵਿੱਚੋਂ ਭੱਜਣਾ ਸ਼ੁਰੂ ਕਰ ਦਿੱਤਾ। ਸਿੱਖ ਸੈਨਿਕਾਂ ਦੇ ਹੌਸਲੇ ਢਾਉਣ ਲਈ ਸੁੱਚਾ ਨੰਦ ਦਾ ਭਤੀਜਾ ਵੀ ਆਪਣੇ ਸੈਨਿਕਾਂ ਨਾਲ ਯੁੱਧ ਦੇ ਮੈਦਾਨ ਵਿੱਚੋਂ ਦੌੜ ਗਿਆ। ਇਸ ਕਰਕੇ ਸੈਨਿਕਾਂ ਦੇ ਹੌਸਲੇ ਵਧਾਉਣ ਦੇ ਲਈ ਬੰਦਾ ਸਿੰਘ ਬਹਾਦਰ ਆਪ ਅੱਗੇ ਵਧਿਆ। ਸਿੱਖ ਬੜੀ ਦਲੇਰੀ ਦੇ ਨਾਲ ਵੈਰੀ ਉੱਤੇ ਟੁੱਟ ਪਏ। ਫਤਿਹ ਸਿੰਘ ਨੇ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵੈਰੀ ਦੀ ਸੈਨਾ ਵਿੱਚ ਭਗਦੜ ਮੱਚ ਗਈ। ਬੜੀ ਵੱਡੀ ਗਿਣਤੀ ਵਿੱਚ ਵੈਰੀ ਦੇ ਸੈਨਿਕ ਸਿੱਖਾਂ ਦੀਆਂ ਤਲਵਾਰਾਂ ਦਾ ਸ਼ਿਕਾਰ ਹੋ ਗਏ। ਚੱਪੜਚਿੜੀ ਦੀ ਜਿੱਤ ਦੇ ਮਗਰੋਂ 24 ਮਈ 1710 ਈਸਵੀ ਨੂੰ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਕਿਲੇ 'ਤੇ ਹਮਲਾ ਕਰ ਦਿੱਤਾ। ਸਿੱਟੇ ਵਜੋਂ 500 ਸਿੱਖ ਉਸ ਲੜਾਈ ਦੇ ਵਿੱਚ ਮਾਰੇ ਗਏ, ਪਰ ਸਿੱਖ ਸਰਹੰਦ ਉੱਤੇ ਕਬਜ਼ਾ ਕਰਨ ਵਿੱਚ ਸਫਲ ਹੋ ਗਏ। ਵਜ਼ੀਰ ਖਾਂ ਦੇ ਖਜ਼ਾਨੇ ਵਿੱਚੋਂ ਲਗਭਗ 2 ਕਰੋੜ ਰੁਪਏ ਸਿੱਖਾਂ ਦੇ ਹੱਥ ਲੱਗੇ। ਸੁੱਚਾ ਨੰਦ ਅਤੇ ਹੋਰ ਕਰਮਚਾਰੀਆਂ ਦੇ ਘਰਾਂ ਵਿੱਚ ਵੀ ਬੰਦਾ ਸਿੰਘ ਬਹਾਦਰ ਨੂੰ ਬਹੁਤ ਸਾਰਾ ਧਨ ਮਿਲਿਆ। ਵਜ਼ੀਰ ਖਾਂ ਦੀ ਲਾਸ਼ ਨੂੰ ਇੱਕ ਰੁੱਖ 'ਤੇ ਟੰਗ ਦਿੱਤਾ ਗਿਆ। ਸੁੱਚਾ ਨੰਦ, ਜਿਸ ਨੇ ਸਿੱਖਾਂ ਉੱਤੇ ਅਤਿਆਚਾਰ ਕਰਵਾਏ ਸਨ, ਨੂੰ ਗ੍ਰਿਫਤਾਰ ਕਰਕੇ ਉਸ ਦੇ ਨੱਕ ਦੇ ਵਿੱਚ ਨਕੇਲ ਪਾ ਕੇ ਪੂਰੇ ਸ਼ਹਿਰ ਦੇ ਵਿੱਚ ਉਸ ਦਾ ਜਲੂਸ ਕੱਢਿਆ ਗਿਆ। ਇਹ ਅੱਜ ਕੱਲ੍ਹ ਚੱਪੜਚਿੜੀ ਦੇ ਸਥਾਨ 'ਤੇ ਫਤਿਹ ਬੁਰਜ ਬਣਿਆ ਹੋਇਆ ਹੈ। ਚੱਪੜਚਿੜੀ ਦੀ ਲੜਾਈ ਦੀ ਜਿੱਤ ਦੀ ਨਿਸ਼ਾਨੀ ਹੈ ਇਹ। ਤੇ ਇਸ ਤਰ੍ਹਾਂ ਬੰਦਾ ਸਿੰਘ ਬਹਾਦਰ ਦਾ ਸਟੈਚੂ ਬਣਿਆ ਹੋਇਆ ਹੈ ਚੱਪੜਚਿੜੀ ਦੇ ਨਾਮ ਦੇ ਜਗ੍ਹਾ ਦੇ ਉੱਪਰ। ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਜਿੱਤ ਪਿੱਛੋਂ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ। ਆਲੀ ਸਿੰਘ ਨੂੰ ਉੱਥੋਂ ਦਾ ਨਵਾਬ ਬਣਾ ਦਿੱਤਾ ਤੇ ਫਤਿਹ ਸਿੰਘ ਪਹਿਲਾਂ ਹੀ ਸਮਾਣਾ ਦਾ ਹਾਕਮ ਬਣ ਚੁੱਕਿਆ ਸੀਗਾ। ਰਾਮ ਸਿੰਘ ਅਤੇ ਬਨੋਦ ਸਿੰਘ ਨੂੰ ਥਾਨੇਸਰ ਦੇ ਰਾਜ ਪ੍ਰਬੰਧ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਬੰਦਾ ਸਿੰਘ ਆਪ ਮੁਖਲਿਸਪੁਰ ਨਾਮੀ ਪਹਾੜੀ ਸਥਾਨ ਨੂੰ ਉਹਨਾਂ ਨੇ ਆਪਣੀ ਰਾਜਧਾਨੀ ਬਣਾਇਆ ਤੇ ਕਿਲੇ ਦੀ ਲੋੜ ਅਨੁਸਾਰ ਮੁਰੰਮਤ ਕੀਤੀ। ਉਸ ਕਿਲੇ ਦਾ ਨਾਮ ਲੋਹਗੜ੍ਹ ਰੱਖ ਦਿੱਤਾ ਗਿਆ। ਬੰਦਾ ਸਿੰਘ ਬਹਾਦਰ ਨੇ ਆਪਣੇ ਆਪ ਨੂੰ ਬਾਦਸ਼ਾਹ ਨਹੀਂ ਅਖਵਾਇਆ। ਬੰਦਾ ਸਿੰਘ ਬਹਾਦਰ ਨੇ ਜਿੱਤੇ ਹੋਏ ਇਲਾਕਿਆਂ ਦੇ ਵਿੱਚੋਂ ਜ਼ਿਮੀਂਦਾਰੀ ਪ੍ਰਥਾ ਖਤਮ ਕਰ ਦਿੱਤੀ। ਉਸ ਨੇ ਵਾਹੀਕਾਰਾਂ ਨੂੰ ਧਰਤੀ ਦਾ ਮਾਲਕ ਬਣਾਉਣ ਦਾ ਸਭ ਤੋਂ ਸ਼ਲਾਘਾਯੋਗ ਕੰਮ ਕੀਤਾ। ਅਸਲੀ ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀ ਸੌਂਪ ਦਿੱਤੀ। ਜਲੰਧਰ ਦੇ ਸਰਹੰਦ ਦੀ ਜਿੱਤ ਤੋਂ ਪਿੱਛੋਂ ਜਲੰਧਰ ਦੁਆਬੇ ਦੇ ਸਿੱਖਾਂ ਨੇ ਮੁਗਲ ਰਾਜ ਨੂੰ ਖਤਮ ਕਰਨ ਦੇ ਲਈ ਸ਼ਸਤਰ ਚੁੱਕ ਲਏ। ਉਹਨਾਂ ਨੇ ਮੁਗਲ ਕਰਮਚਾਰੀਆਂ ਨੂੰ ਜ਼ਬਰਦਸਤੀ ਹਟਾ ਕੇ ਉਹਨਾਂ ਦੀ ਥਾਂ 'ਤੇ ਸਿੱਖ ਫੌਜੀਆਂ ਨੂੰ ਭਰਤੀ ਕਰ ਦਿੱਤਾ। ਉੱਧਰ ਸਿੱਖਾਂ ਨੇ ਵੀ ਸਹਾਇਤਾ ਲਈ ਬੰਦਾ ਸਿੰਘ ਬਹਾਦਰ ਨੂੰ ਜਲਾਲਾਬਾਦ ਵਿਖੇ ਸੁਨੇਹਾ ਭੇਜ ਦਿੱਤਾ ਤੇ ਰਾਹੋਂ ਵਿਖੇ ਲੜਾਈ ਹੋਈ। ਘਮਸਾਨ ਦਾ ਯੁੱਧ ਹੋਇਆ। 11-12 ਅਕਤੂਬਰ ਨੂੰ ਸਿੱਖਾਂ ਦੀ ਜਿੱਤ ਹੋਈ। ਉਸ ਤੋਂ ਬਾਅਦ ਸਿੱਖਾਂ ਨੇ ਅੰਮ੍ਰਿਤਸਰ, ਬਟਾਲਾ, ਕਲਾਨੌਰ ਅਤੇ ਪਠਾਨਕੋਟ ਦੇ ਉੱਪਰ ਵੀ ਅਧਿਕਾਰ ਕਰ ਲਿਆ। ਇਹ ਚੀਜ਼ਾਂ ਦੇਖ ਕੇ ਜਿਹੜੇ ਮੁਸਲਮਾਨ ਸੀਗੇ ਉਹ ਘਬਰਾ ਗਏ ਤੇ ਉਹ ਆਪਣੀਆਂ ਜਿੱਤਾਂ ਤੋਂ ਉਤਸ਼ਾਹਿਤ ਹੋ ਕੇ ਸਿੱਖ ਸੀ ਜਿਹੜੇ, ਉਹਨਾਂ ਨੇ ਲਾਹੌਰ ਦੇ ਉੱਪਰ ਧਾਵਾ ਬੋਲ ਦਿੱਤਾ। ਲਾਹੌਰ ਦਾ ਸੂਬੇਦਾਰ ਸੀ ਉਸ ਟਾਈਮ ਸੈਯਦ ਅਸਲਮ ਖਾਂ। ਉਹ ਦਿਲ ਛੱਡ ਗਿਆ ਤੇ ਉਸ ਸਮੇਂ ਕੱਟੜ ਮੁਸਲਮਾਨਾਂ ਨੇ ਉਸ ਦੀ ਅਗਵਾਈ ਕੀਤੀ। ਉਸਨੇ ਹਰੇ ਰੰਗ ਦਾ ਹੈਦਰੀ ਝੰਡਾ ਖੜਾ ਕਰ ਦਿੱਤਾ ਅਤੇ ਜਹਾਦ ਦਾ ਐਲਾਨ ਕਰ ਦਿੱਤਾ। ਉਹ ਝੰਡੇ ਹੇਠ ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਇਕੱਠੇ ਹੋ ਗਏ। ਉਹਨਾਂ ਨੇ ਸਿੱਖਾਂ ਵਿਰੁੱਧ ਪਿੰਡ ਭਰਤ, ਲਾਹੌਰ ਦੇ ਵਿੱਚ ਆਏ ਅਤੇ ਕੋਟਲਾ ਬੇਗਮ ਦੇ ਨੇੜੇ ਮੁਹਿੰਮਾਂ ਭੇਜੀਆਂ, ਪਰ ਮੁਸਲਮਾਨਾਂ ਨੂੰ ਹਾਰ ਖਾ ਕੇ ਮੁੜਨਾ ਪਿਆ। ਸਿੱਟੇ ਵਜੋਂ ਸਿੱਖ ਲਾਹੌਰ ਤੋਂ ਲੈ ਕੇ ਦਿੱਲੀ ਤੱਕ ਪੰਜਾਬ ਦੇ ਮਾਲਕ ਬਣ ਗਏ। ਬਹਾਦਰ ਸ਼ਾਹ ਦੀ ਸਿੱਖਾਂ ਵਿਰੁੱਧ ਕਾਰਵਾਈ। ਉਦੋਂ ਜਿਹੜਾ 1707 ਦੇ ਵਿੱਚ ਔਰੰਗਜ਼ੇਬ ਦੀ ਮੌਤ ਹੋ ਗਈ ਸੀ, ਉਸ ਤੋਂ ਬਾਅਦ ਬਹਾਦਰ ਸ਼ਾਹ ਰਾਜਗੱਦੀ 'ਤੇ ਬੈਠਾ ਸੀ 1712 ਤੱਕ ਅਤੇ 1712-13 ਦੇ ਵਿੱਚ ਉਸ ਦਾ ਬੇਟਾ ਜਹਾਂਗੀਰ ਸ਼ਾਹ ਗੱਦੀ 'ਤੇ ਬੈਠਾ ਸੀ। 1713 ਤੋਂ ਲੈ ਕੇ 1719 ਤੱਕ ਰਾਜਾ ਬਣਿਆ ਸੀ ਜਿਹੜਾ ਉਹ ਸੀ ਫਰੂਖਸ਼ੀਰ। ਬਹਾਦਰ ਸ਼ਾਹ ਦੇ ਸਮੇਂ ਵਿੱਚ 1712 ਈਸਵੀ ਨੂੰ ਲਾਹੌਰ ਵਿਖੇ ਜਦੋਂ ਬਹਾਦਰ ਸ਼ਾਹ ਦੀ ਮੌਤ ਹੋ ਗਈ ਤਾਂ ਉਸ ਦੀ ਥਾਂ 'ਤੇ ਉਸ ਦੇ ਪੁੱਤਰ ਜਹਾਂਗੀਰ ਸ਼ਾਹ ਨੂੰ ਗੱਦੀ 'ਤੇ ਬਿਠਾ ਦਿੱਤਾ ਗਿਆ, ਪਰ ਨਾਲ ਹੀ ਉਸ ਨੂੰ ਗੱਦੀ ਤੋਂ ਉਤਾਰ ਕੇ ਉਸ ਦੀ ਥਾਂ 'ਤੇ ਫਰੂਖਸ਼ੀਰ ਨੂੰ ਭਾਰਤ ਦਾ ਸਮਰਾਟ ਬਣਾ ਦਿੱਤਾ ਗਿਆ।
इस अवस्था का लाभ उठा के 1712-13 ईस्वी विच बंदा सिंह बहादुर ने सढौरा ते लोहगढ़ उत्ते मुड़ तो अधिकार कर लिया। उसने लोहगढ़ के किले की दोबारा मुरम्मत करके उसनूं खालसे की राजधानी बना दिता गया। उसने फिर मुल्तान तो जलंधर तक समेत लाहौर और जेलम तो अंबाला तक के इलाकों उत्ते हमले किए। उसने अमृतसर विखे विसाखी वाले दिन मेले विच हिस्सा लिया ते वड्डा दरबार भी लाया। फरुखशियर सी जिहड़ा उसने सिखां नाल निपटण दे लई अब्दुल समद खान नूं हुक्म किया कि वह सिखां दे विरुद्ध सख्त तो सख्त कार्रवाई करे। 1713 दे विच उसने की किया, सढौरा ते लोहगढ़ के किले के उपर जित प्राप्त कर ली। 1715 ईस्वी दे विच बंदा सिंह बहादुर ने ही पहाड़ी इलाके तो उतर के कलानौर और बटाला उत्ते फिर तो अपना अधिकार जमा लिया। छेती ही अब्दुल समद खान सी जो उसकी अगवाई विच मुगलों ने एक विशाल सेना इकट्ठी की ते बंदा सिंह बहादुर के विरुद्ध चढ़ाई कर दी। उस समय बंदा सिंह बहादुर कोट मिर्जा जान कलानौर ते बटाले के विचकार है जगह मुगल सेना अचानक ही सिखां दे उपर टुट पई। उस जगह के उपर सिखां ने उन्हां दा बड़ी बहादरी नाल टाकरा किया, पर सिख गुरदास नंगल जगह एक गुरदासपुर तो 6 किलोमीटर दूर पश्चिम वाले पासे है, पिछे हट गए। उत्थे ही उन्होंने दुनी चंद की हवेली दे विच शरण लै ली। दुश्मन नूं दूर रखण लई सिखां ने हवेली दुआले खाई पुट के घेरा पा लिया। सिखां ने उन्हां दा डट के मुकाबला किया। उन्होंने मुगलों की फौज नूं भारी नुकसान पहुँचाया। लगातार 8 महीने तक घेराबंदी जारी रही। अंत नूं सिखां कोल भोजन समग्री खत्म हो गई। कई दिनों तक वो घाह पत्ते आदि खा के गुजारा करते रहे। विनोद सिंह जिहड़े सिख नूं गुरु जी ने बंदा सिंह बहादुर दे नाल भेजा होया सी, वो हवेली छड्ड के जाना चाहुंदे सन, पर बंदा सिंह बहादुर मरदे दम तक लड़ना चाहुंदे सी। अंत नूं विनोद सिंह अते उसदे साथी वो गढ़ी नूं छड्ड के चले गए। सिट्टे वजों जिहड़ी सिखां दी ताकत सी वो घटदी गई। इस हालत विच उन्हां नूं होर लड़ना असंभव हो गया। 7 दसंबर 1715 ईस्वी नूं हमलावर हवेली के उत्ते अधिकार करन विच सफल हो गए। बंदा सिंह बहादुर अते उसदे 200 साथियों नूं कैद कर लिया गया। गुरदास नंगल तो बंदा सिंह बहादुर नूं कैदी बना के लाहौर लिआंदा गया। उसदे अते उसदे साथियों के सिरां दे उपर टोपियां पवा के लाहौर के बाजारां दे विच दी जलूस कढ़िया गया। कुछ दिनों मगरों जकरिया खान की देख रेख हेठ बंदा सिंह बहादुर अते उसदे साथियों नूं दिल्ली भेजा गया। 27 फरवरी 1716 विच दिल्ली पहुंचण ते सिखां दा फिर तो जलूस कढ़िया गया। हर रोज़ 100 सिख कैदी कतल किए जाते। कतल करन तो पिछों हर सिख नूं इस्लाम धारण करन लई कहा जांदा। कोई भी सिख अपने धर्म तो ना डोलिया। अंत नूं 1 हफ्ते विच सारे सिख कैदियों का कतल कर दिता गया। बंदा सिंह अते उसदे साथियों नूं 26 साथियों का कतल 1 महीने के बाद किया। जदों बंदा सिंह बहादुर ने 19 जून 1716 ईस्वी नूं बंदा सिंह बहादुर ते उसदे साथियों का दूजी वार दिल्ली दे विच जलूस कढ़िया गया, उन्हां नूं इस्लाम कबूल करन दे लई कहा गया तां वो टस तो मस ना होए। बंदा सिंह बहादुर नूं अपने पुत्र अजय सिंह का कतल करन लई कहा गया, पर वो ना मन्निया। उसदे पुत्र का दिल कढ़ के बंदा सिंह बहादुर के मूँह दे विच पाया गया, पर वो फिर भी अडोल रहा। फिर उसदियां अखां कढ़ियां गईयां, उसदे हत्थ पैर वढ़ दिते गए, पर वह अडोल रहा। बंदा सिंह बहादुर के शरीर के टुकड़े टुकड़े किए गए, पर उसने शांत चित्त नाल अपनी आहुति दे दी। बंदा सिंह बहादुर दीयां मेन लड़ाइयां सी सोनीपत की लड़ाई 1708 ईस्वी दे विच, समाणा की लड़ाई 1709, कुड़ाम 1709, सढौरा 1710, मुखलिसपुर 1710, सरहंद की लड़ाई 1710, रोपड़ 1710, गुरदास नंगल 1715 ते शहीदी 1716। ये बंदा सिंह बहादुर का बुत लग्या होया सोनीपत हरियाणा जिले के विच सोनीपत नामक स्थान के उत्ते शहर के विच। अगे है बंदा सिंह बहादुर दीयां लड़ाइयां संबंधी स्थान। बंदा सिंह बहादुर दीयां लड़ाइयां संबंधी याद करन दे लई लड़ाइयां नूं सौखे तरीके नाल याद करन दे लई असीं एक ट्रिक करांगे। सोनी सोढी मुख मेहमान बन के गुरदास कोल
ਰੋਪੜ ਸਮੇਂ ਸਿਰ ਪੁੱਜਾ। ਸੋਨੀ ਸੋਨੀਪਤ ਪਹਿਲਾ ਹਮਲਾ। ਸੋਢੀ ਸਢੌਰਾ, ਮੁੱਖ ਮੁਖਲਿਸਪੁਰ। ਗੁਰਦਾਸ ਗੁਰਦਾਸ ਨੰਗਲ। ਰੋਪੜ ਰੋਪੜ ਸਮੇਂ ਸਮਾਣਾ, ਸਿਰ ਸਰਹੰਦ। ਕੱਲਾ ਕੈਥਲ, ਘੋੜੇ ਤੇ ਕੁੜਾਨ। ਪੁੱਜਾ ਨੂੰ ਅਸੀਂ ਖਾਲੀ ਛੱਡ ਦਾਂਗੇ। ਇਹ ਜਿਹੜੀ ਸਾਰੀਆਂ ਲੜਾਈਆਂ ਨੇ ਉਹ ਲਾਈਨ ਵਾਈਜ਼ ਚੱਕੀਆਂ ਹੋਈਆਂ ਨੇ, ਤੁਸੀਂ ਮੈਪ ਦੇ ਵਿੱਚ ਦੇਖ ਸਕਦੇ ਹੋ। ਜਿਸ ਤਰ੍ਹਾਂ ਸੋਨੀ ਸੋਢੀ ਇਸ ਲਾਈਨ 'ਤੇ ਮੁੱਖ ਮਹਿਮਾਨ ਬਣ ਕੇ ਕੱਟਾਂਗੇ ਅਸੀਂ। ਗੁਰਦਾਸ ਕੋਲ ਗੁਰਦਾਸ ਨੰਗਲ। ਰੋਪੜ ਸਮੇਂ ਸਿਰ ਕੱਲਾ, ਘੋੜੇ 'ਤੇ ਪੁੱਜਾ। ਇਸ ਤਰ੍ਹਾਂ ਸੀਰੀਜ਼ ਯਾਦ ਕਰਨ ਵਾਸਤੇ ਵੀ ਲੜੀਵਾਰ ਬਣਾਈਆਂ ਹੋਈਆਂ ਨੇ। ਸੋਨੀ ਸੋਢੀ ਮੁੱਖ ਮਹਿਮਾਨ ਬਣ ਕੇ ਰੋਪੜ ਸਮੇਂ ਸਿਰ ਕੱਲਾ, ਘੋੜੇ 'ਤੇ ਪੁੱਜਾ। ਜੇ ਤੁਸੀਂ ਇਹ ਟ੍ਰਿਕ ਯਾਦ ਕਰ ਲਓਗੇ ਤਾਂ ਤੁਹਾਨੂੰ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਯਾਦ ਕੀਤੀਆਂ ਹੋਈਆਂ ਕਦੇ ਵੀ ਨਹੀਂ ਭੁੱਲਣਗੀਆਂ। ਇਸ ਤੋਂ ਅੱਗੇ ਨੇ ਕੁਐਸਚਨ ਪੰਜਾਬ ਬੋਰਡ ਦੇ ਸਿਲੇਬਸ ਦੇ 10ਵੀਂ ਦੇ। ਹੁਕਮਨਾਮੇ, ਗੁਰੂ ਜੀ ਨੇ ਪੰਜਾਬ ਦੇ ਸਿੱਖਾਂ ਨੂੰ ਕੀ ਆਦੇਸ਼ ਦਿੱਤਾ? ਹੁਕਮਨਾਮਿਆਂ ਦੇ ਵਿੱਚ ਗੁਰੂ ਜੀ ਨੇ ਕੀ ਕਿਹਾ ਸੀ ਕਿ ਬੰਦਾ ਸਿੰਘ ਬਹਾਦਰ ਹੈ ਜਿਹੜਾ ਉਹਨਾਂ ਦਾ ਰਾਜਨੀਤਿਕ ਨੇਤਾ ਹੋਵੇਗਾ ਅਤੇ ਸਿੱਖ ਮੁਗਲਾਂ ਦੇ ਵਿਰੁੱਧ ਧਰਮ ਯੁੱਧ ਵਿੱਚ ਉਹਨਾਂ ਦਾ ਸਾਥ ਦੇਣ। ਬੰਦਾ ਸਿੰਘ ਬਹਾਦਰ ਦੱਖਣ ਤੋਂ ਪੰਜਾਬ ਵੱਲ ਕਿਉਂ ਆਇਆ ਸੀ? ਮੁਗਲਾਂ ਦੇ ਵਿਰੁੱਧ ਕਾਰਵਾਈ ਕਰਨ ਲਈ। ਸਮਾਣੇ ਉੱਤੇ ਬੰਦਾ ਸਿੰਘ ਬਹਾਦਰ ਨੇ ਕਿਉਂ ਹਮਲਾ ਕੀਤਾ? ਕਿਉਂਕਿ ਉੱਥੇ ਗੁਰੂ ਤੇਗ ਬਹਾਦਰ ਜੀ ਨੂੰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਮਾਰਨ ਵਾਲੇ, ਸ਼ਹੀਦ ਕਰਨ ਵਾਲੇ ਜਲਾਦ ਰਹਿੰਦੇ ਸਨ। ਸਢੌਰੇ 'ਤੇ ਹਮਲਾ ਕਿਉਂ ਕੀਤਾ? ਕਿਉਂਕਿ ਜਿਹੜਾ ਉੱਥੋਂ ਦਾ ਹਾਕਮ ਉਸਮਾਨ ਖਾਨ ਸੀ ਉਹ ਸਿੱਖਾਂ ਦੇ ਹਿੰਦੂਆਂ ਦੇ ਉੱਪਰ ਬਹੁਤ ਜ਼ਿਆਦਾ ਜ਼ੁਲਮ ਕਰਦਾ ਸੀ। ਰਾਹੋਂ ਦੀ ਲੜਾਈ ਦੇ ਕੀ ਕਾਰਨ ਸੀ? ਜਦੋਂ ਬੰਦਾ ਸਿੰਘ ਬਹਾਦਰ ਨੇ ਕਾਫੀ ਜਿੱਤਾਂ ਪ੍ਰਾਪਤ ਕਰ ਲਈਆਂ ਤਾਂ ਜਿਹੜੇ ਸਿੱਖ ਸੀਗੇ ਉਹ ਉਤਸ਼ਾਹਿਤ ਹੋ ਕੇ ਉਹਨਾਂ ਨੇ ਰਾਹੋਂ ਦੀ ਲੜਾਈ ਲਈ ਹਥਿਆਰ ਚੁੱਕ ਲਏ। ਵਜ਼ੀਰ ਖਾਂ ਕਿੱਥੋਂ ਦਾ ਸੂਬੇਦਾਰ ਸੀ? ਸਰਹੰਦ ਦਾ ਸੀ। ਅਤੇ ਉਹਦੇ ਨਾਲ ਬੰਦਾ ਸਿੰਘ ਬਹਾਦਰ ਦੀ ਲੜਾਈ ਕਿੱਥੇ ਹੋਈ? ਚੱਪੜਚਿੜੀ ਦੇ ਸਥਾਨ 'ਤੇ। ਬੰਦਾ ਸਿੰਘ ਬਹਾਦਰ ਦੀ ਸ਼ਹੀਦੀ 1716 ਈਸਵੀ ਨੂੰ ਹੋਈ। ਅੱਗੇ ਇਹ ਪ੍ਰਸ਼ਨ ਨੇ ਜਿਹੜੇ ਇਹ ਮਿਸਲਾਂ ਨਾਲ ਸੰਬੰਧਿਤ ਨੇ। ਮਿਸਲਾਂ ਵਾਲਾ ਟੌਪਿਕ ਅਸੀਂ ਅਗਲੇ ਭਾਗ ਦੇ ਵਿੱਚ ਕਰਾਂਗੇ। ਇਹ 50-60 ਸ਼ਬਦਾਂ ਵਾਲੇ ਕੁਐਸਚਨ। ਬੰਦਾ ਸਿੰਘ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਦਾ ਹਾਲ ਲਿਖੋ। ਬੰਦਾ ਸਿੰਘ ਬਹਾਦਰ ਨੂੰ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਵਿਖੇ ਮਿਲੇ ਸਨ। ਉਹਨਾਂ ਨੂੰ ਸਿੰਘ ਸਜਾ ਕੇ ਉਹਦਾ ਨਾਮ ਗੁਰਬਖਸ਼ ਸਿੰਘ ਰੱਖ ਦਿੱਤਾ ਸੀ। ਬਾਅਦ ਦੇ ਵਿੱਚ ਉਹ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਪ੍ਰਸਿੱਧ ਹੋਇਆ। ਸਮਾਣੇ ਦੀ ਲੜਾਈ ਕਿਉਂ ਹੋਈ ਸੀ? ਕਿਉਂਕਿ ਉੱਥੇ ਗੁਰੂ ਤੇਗ ਬਹਾਦਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦ ਰਹਿੰਦੇ ਸਨ, ਇਸ ਕਰਕੇ ਸਮਾਣੇ ਦੀ ਲੜਾਈ ਹੋਈ। ਚੱਪੜਚਿੜੀ ਦੀ ਲੜਾਈ ਵਜ਼ੀਰ ਖਾਨ ਕਰਕੇ ਹੋਈ। ਉੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲਾ ਜਿਹੜਾ ਹਾਕਮ ਸੀ ਵਜ਼ੀਰ ਖਾਨ ਉੱਥੇ ਰਹਿੰਦਾ ਸੀ। ਗੁਰਦਾਸ ਨੰਗਲ ਦੀ ਲੜਾਈ ਦੇ ਵਿੱਚ ਬੰਦਾ ਸਿੰਘ ਬਹਾਦਰ ਨੂੰ ਕੈਦ ਕਰ ਲਿਆ ਗਿਆ ਸੀ। ਅਤੇ ਅਗਲਾ ਪ੍ਰਸ਼ਨ ਹੈ ਜਿਹੜਾ ਉਹ ਮਿਸਲਾਂ ਨਾਲ ਸੰਬੰਧਿਤ ਆ, ਉਹ ਅਗਲੇ ਟੌਪਿਕ ਦੇ ਵਿੱਚ ਕਰਾਂਗੇ। ਅਗਲਾ ਸਾਡਾ ਦੂਸਰੇ ਭਾਗ ਦੇ ਵਿੱਚ ਹੋਏਗਾ ਇਸੇ ਟੌਪਿਕ ਦਾ ਸਿੱਖ ਮਿਸਲਾਂ। ਸਿੱਖ ਮਿਸਲਾਂ ਦੇ ਬਾਰੇ ਪੂਰੀਆਂ 12 ਸਿੱਖ ਮਿਸਲਾਂ ਦੇ ਬਾਰੇ ਪੜ੍ਹਿਆ ਜਾਏਗਾ। ਬੰਦਾ ਸਿੰਘ ਬਹਾਦਰ ਤੋਂ ਬਾਅਦ ਸਿੱਖ ਮਿਸਲਾਂ ਦਾ ਉਥਾਨ ਹੋਇਆ। ਅਤੇ ਉਸ ਤੋਂ ਅੱਗੇ ਜੇਕਰ ਤੁਹਾਨੂੰ ਸਾਡਾ ਇਹ ਟੌਪਿਕ ਵਧੀਆ ਲੱਗਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾਓ। ਧੰਨਵਾਦ।